ਇੰਟਰਵਿਊ ਦੇ ਵਿੱਚ ਤੁਹਾਨੂੰ ਮੈਂ ਇੰਨੀਆਂ ਚੀਜ਼ਾਂ ਦੱਸਾਂਗਾ ਕਿ ਤੁਸੀਂ ਜਿਹੜਾ ਬੰਦਾ ਨਹੀਂ ਵੀ ਪਾਸ ਨਹੀਂ ਹੋ ਸਕਦਾ ਉਹ ਵੀ ਪਾਸ ਹੋਏਗਾ। ਕੀ ਹੁੰਦੀਆਂ ਨੇ, ਇੱਕ ਲੜਕੀ ਜਿਹੜੀ ਹੁੰਦੀ ਏ ਉਹ ਤੁਹਾਡਾ ਪਾਸਪੋਰਟ, ਤੁਹਾਡੀ ਫੀਸ, ਠੀਕ ਹੈ, ਅੰਬੈਸੀ ਦੀ ਫੀਸ ਹੈ, ਠੀਕ ਹੈ। ਤੁਸੀਂ ਪਰੇਸ਼ਾਨ ਨਹੀਂ ਹੋਣਾ। ਉਹਨਾਂ ਜਦੋਂ ਕਹਿਣਾ ਨਾ ਕੈਨ ਯੂ ਸਪੀਕ ਇੰਗਲਿਸ਼, ਤੁਸੀਂ ਕਹਿਣਾ ਬਟ ਰੋਮਾਨੀਆ, ਠੀਕ ਹੈ। 26 ਬੰਦੇ ਅਸੀਂ ਆਏ ਸੀ ਰੋਮਾਨੀਆ, ਠੀਕ ਹੈ। ਉਹ 26 ਬੰਦਿਆਂ ਦੀ ਟਿਕਟ ਕਢਾਈ, ਠੀਕ ਹੈ, कराची एयरपोर्ट तो, ठीक है। अस्सलाम वालेकुम दोस्तों, मैं हूं आपका होस्ट अदीज मीर और आप देख रहे हैं हमारा फेसबुक पेज और यूट्यूब चैनल। दोस्तों आज की इस वीडियो में हम आपके साथ पाकिस्तान से कैसे रोमानिया का वीज़ा लगता है ये बात शेयर करने वाले हैं। हमारे साथ मौजूद हैं गुजरांवाला से अहमद भाई और ये इस वक्त इटली में है। आज ये अपनी स्टोरी आप लोगों के साथ शेयर करेंगे। आप लोगों से ये पहले ही माजरत कर लेता हूँ, वो भाई जो उर्दू स्पीकिंग है, ये इंटरव्यू जो है वो पंजाबी में होने वाला है और इस इंटरव्यू को आप आखिर तक देखिएगा क्योंकि इस इंटरव्यू में बहुत सी चीज़ें आपकी क्लियर होने वाली हैं। अभी ये रिसेंटली पाकिस्तान से रोमानिया और रोमानिया से इटली आए हैं और आज इनसे पूछेंगे इनकी स्टोरी के बारे में कि कैसे वीज़ा लगा और क्या क्या चीज़ें सारी इनके साथ हुई। सुनाओ जनाब, तुसी ए दसो कि पाकिस्तान तो वीज़ा किस तरह लगवाया था, की तरीकाकार से? जी, पाकिस्तान तो वीज़ा इस तरह लगा, मेरा दोस्त है गुजरांवाला तो तलक रखता है तो उन्होंने नाल मैं गल की सी। उन्होंने कहा जी ठीक है, तुहाडा प्रोसीजर जारी कर दिता जाएगा, ठीक है। उन्होंने कहा सी कि 3 महीने का टाइम लगेगा, लेकिन 3 महीने का टाइम बेसिकली हुण नहीं लगता पाया, हुण ज़्यादा तो ज़्यादा टाइम लगता पाया 6 मंथ 6 महीने, ठीक हो गया। तो अगर जे 3 महीने का बोलते हैं लेकिन ये गल झूठी है, ठीक है। उस तो बाद 6 महीने का टाइम हुंदा है। उस तो बाद उन्होंने वास्ते 6 महीने के टाइम के अंदर वीज़ा मुकम्मल रोमानिया तौर आन तक 6 मंथ लगते पे ने, ठीक हो गया। तो उस तो बाद तुसी अप्लाई करने वास्ते तुहानू किस चीज़ों की ज़रूरत है, ठीक है। सब तो पहला तुहानू ज़रूरत है फैमिली सर्टिफिकेट की, ठीक हो गया, पुलिस सर्टिफिकेट, उस तो बाद पासपोर्ट होए, ठीक है, पासपोर्ट, पोलियो कार्ड, ਇਹ ਤੁਸੀਂ ਉਹਨਾਂ ਨੂੰ ਦੇਣਾ ਹੈ ਤੇ ਤੁਹਾਡਾ ਪ੍ਰੋਸੀਜਰ ਜਾਰੀ ਹੋਵੇਗਾ, ਠੀਕ ਹੈ। ਉਸ ਤੋਂ ਬਾਅਦ ਐਡਵਾਂਸ ਜਿਹੜੀ ਫੀਸ ਲਿੱਤੀ ਜਾਂਦੀ ਹੈ ਉਹ ਲੈਂਦੇ ਨੇ 2 ਲੱਖ ਰੁਪਇਆ, ਠੀਕ ਹੈ। ਉਸ ਤੋਂ ਬਾਅਦ ਜਿਸ ਟਾਈਮ ਵਰਕ ਪਰਮਿਟ ਆ ਜਾਂਦਾ ਤੇ ਹਾਫ ਪੇਮੈਂਟ ਉਦੋਂ ਕਰੀਦੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਫਿਰ ਆ ਜਾਂਦਾ ਇੰਟਰਵਿਊ, ਠੀਕ ਹੈ। ਇੰਟਰਵਿਊ ਪਾਕਿਸਤਾਨ 'ਚ ਹੁੰਦਾ? ਹਾਂਜੀ, ਇੰਟਰਵਿਊ ਪਾਕਿਸਤਾਨ ਇਸਲਾਮਾਬਾਦ ਹੁੰਦਾ, ਇਸਲਾਮਾਬਾਦ ਰੋਮਾਨੀਆ ਐਮਬੈਸੀ 'ਚ, ਰੋਮਾਨੀਆ ਐਮਬੈਸੀ 'ਚ। ਉਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਤੁਹਾਨੂੰ ਮੈਂ ਇੰਨੀਆਂ ਚੀਜ਼ਾਂ ਦੱਸਾਂਗਾ ਕਿ ਤੁਸੀਂ ਜਿਹੜਾ ਬੰਦਾ ਨਹੀਂ ਵੀ ਪਾਸ ਨਹੀਂ ਹੋ ਸਕਦਾ ਉਹ ਵੀ ਪਾਸ ਹੋਏਗਾ, ਠੀਕ ਹੈ। ਜਿਹੜਾ ਬੰਦਾ ਕਹਿੰਦਾ ਕਿ ਮੈਂ ਪੜ੍ਹਿਆ ਨਹੀਂ, ਇੰਟਰਵਿਊ ਮੈਂ ਕਿਸ ਤਰ੍ਹਾਂ ਦਾਂਗਾ, ਠੀਕ ਹੈ, ਉਹਨਾਂ ਵਾਸਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਠੀਕ ਹੈ। ਤੁਹਾਨੂੰ ਜਿਸ ਕੰਪਨੀ ਨੇ ਤੁਹਾਨੂੰ ਬੁਲਾਇਆ ਹੁੰਦਾ ਉਹਦੇ ਕੁਐਸਚਨ ਹੁੰਦੇ ਨੇ 14, 15 ਜਾਂ 20 ਹੁੰਦੇ ਨੇ, ਠੀਕ ਹੈ, ਕਿ ਤੁਹਾਡਾ ਬੰਦਾ ਦਿੰਦਾ ਕਿ ਤੁਸੀਂ ਇਹ ਯਾਦ ਕਰਕੇ ਮੈਸੇਜ 'ਚ ਲੈ ਕੇ ਜਾਣੇ ਨੇ, ਠੀਕ ਹੈ। ਉਹ ਇਸ ਤਰ੍ਹਾਂ ਦਾ ਤਰੀਕਾ ਹੈ ਕਿ ਤੁਸੀਂ ਉਹ ਜਦੋਂ ਯਾਦ ਕਰ ਲੋਗੇ ਨਾ, ਠੀਕ ਹੈ, ਉਹ ਤੁਸੀਂ ਯਾਦ ਕਰ ਲੈਣਾ, ਠੀਕ ਹੈ। ਭਾਵੇਂ ਤੁਸੀਂ ਰੱਟਾ ਲਾਇਆ ਜੋ ਵੀ ਕੀਤਾ, ਤੁਸੀਂ ਜਦੋਂ ਮੈਸੇਜ ਦੇ ਵਿੱਚ ਜਾਣਾ ਹੈ ਨਾ, ਠੀਕ ਹੈ, ਐਂਟਰ ਹੋਣਾ, ਠੀਕ ਹੈ, ਗਾਰਡ ਬਾਹਰ ਖਲੋਤਾ ਹੁੰਦਾ, ਠੀਕ ਹੈ, ਅਮੈਸਟਰ ਬਾਹਰ ਆਉਂਦਾ, ਠੀਕ ਹੈ। ਉਹ ਆ ਕੇ ਤੁਹਾਡੀ ਅਪੁਆਇੰਟਮੈਂਟ ਜਿਹੜੀ ਹੁੰਦੀ ਹੈ ਉਹਨਾਂ ਦੇ ਕੋਲ ਇੱਕ ਪੇਪਰ ਹੁੰਦਾ ਅਪੁਆਇੰਟਮੈਂਟ ਦਾ, ਠੀਕ ਹੈ। ਉਹ ਫਿਰ ਤੁਹਾਡਾ ਨਾਮ ਬੋਲੇਗਾ, ਤੁਸੀਂ ਅੰਦਰ ਜਾਓਗੇ, ਠੀਕ ਹੈ। ਤੁਸੀਂ ਜਦੋਂ ਅੰਦਰ ਜਾਓਗੇ ਬੈਚ ਬਣ ਕੇ ਜਾਂਦਾ, ਠੀਕ ਹੈ। 1 ਬੈਚ 2 ਬੈਚ, ਠੀਕ ਹੈ, 2 ਬੈਚ ਜਾਂਦੇ ਨੇ, ਮਤਲਬ ਕਿ 6 ਬੰਦੇ। ਉਹ ਜਦੋਂ ਜਾਂਦੇ ਨੇ ਤੇ ਉੱਥੇ ਜਾ ਕੇ ਬੈਠਦੇ ਨੇ ਤੇ 3 ਲੜਕੀਆਂ ਹੁੰਦੀਆਂ ਨੇ ਇੰਟਰਵਿਊ, ਠੀਕ ਹੈ। 3 ਲੜਕੀਆਂ ਹੁੰਦੀਆਂ ਨੇ। ਇੱਕ ਲੜਕੀ ਜਿਹੜੀ ਹੁੰਦੀ ਹੈ ਉਹ ਤੁਹਾਡਾ ਪਾਸਪੋਰਟ, ਤੁਹਾਡੀ ਫੀਸ, ਠੀਕ ਹੈ, ਅੰਬੈਸੀ ਦੀ ਫੀਸ ਹੈ $150, ਠੀਕ ਹੈ, $150 ਤੁਹਾਡੀ ਫੀਸ ਹੈ। ਉਸ ਤੋਂ ਬਾਅਦ ਉਹ ਤੁਹਾਡਾ ਪਾਸਪੋਰਟ, ਅੰਬੈਸੀ ਦੀ ਫੀਸ ਲੈਂਦੀ ਹੈ। ਉਸ ਤੋਂ ਬਾਅਦ ਇੰਟਰਵਿਊ ਦੇ ਹੁੰਦੀਆਂ ਨੇ 2 ਲੜਕੀਆਂ, ਠੀਕ ਹੈ। ਤੇ ਜਿਹੜੀ ਪਾਸਪੋਰਟ ਤੇ ਅੰਬੈਸੀ ਦੀ ਫੀਸ ਜਮ੍ਹਾਂ ਕਰਦੀ ਹੈ ਉਹ ਵੀ ਤੁਹਾਡਾ ਇੰਟਰਵਿਊ ਲੈ ਸਕਦੀ ਹੈ, ਠੀਕ ਹੈ। ਤੇ ਪਹਿਲੀ ਗੱਲ ਤੁਸੀਂ ਕਨਫਿਊਜ਼ ਨਹੀਂ ਹੋਣਾ ਉੱਥੇ ਜਾ ਕੇ, ਕਿਸੇ ਦੇ ਨਾਲ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਲੈਣੀ। ਤੁਸੀਂ ਜਦੋਂ ਬੈਠਣਾ ਤੁਸੀਂ ਪਰੇਸ਼ਾਨ ਨਹੀਂ ਹੋਣਾ। ਤੁਹਾਡਾ ਨਾਮ ਬੋਲਿਆ ਜਾਏਗਾ ਜਾਂ ਤੁਹਾਡਾ ਨਾਮ ਜ਼ਾਹਦ ਹੈ, ਜੋ ਵੀ ਹੈ ਤੁਹਾਡਾ ਨਾਮ, ਠੀਕ ਹੈ, ਤੁਹਾਡਾ ਨਾਮ ਲਿੱਤਾ ਜਾਏਗਾ। ਉਹ ਫਿਰ ਤੁਹਾਡਾ ਨਾਮ ਲਏਗਾ, ਫਿਰ ਤੁਹਾਨੂੰ ਪੁੱਛੇ ਕੈਨ ਯੂ ਸਪੀਕ ਇੰਗਲਿਸ਼, ਠੀਕ ਹੈ। ਘਬਰਾਉਣਾ ਨਹੀਂ ਉਹਨਾਂ ਦੇ ਅੱਗੇ ਕਿ ਉਹਨੇ ਮੈਨੂੰ ਪਤਾ ਨਹੀਂ ਕੀ ਪੁੱਛ ਲਿਆ, ਘਬਰਾਉਣਾ ਨਹੀਂ ਹੁੰਦਾ। ਸਿਰਫ ਇਹ ਜਵਾਬ ਹੈ ਕਿ ਤੁਹਾਨੂੰ ਇੰਗਲਿਸ਼ ਆਉਂਦੀ ਹੈ ਕਿ ਨਹੀਂ ਆਉਂਦੀ, ਯਾਨੀ ਕਿ ਇੰਗਲਿਸ਼ ਜ਼ਰੂਰੀ ਹੈ। ਇੰਗਲਿਸ਼ ਜ਼ਰੂਰੀ ਹੈ ਕਿਉਂਕਿ ਪਹਿਲਾਂ ਹੈ ਸੀ ਇੰਗਲਿਸ਼ ਦੇ ਨਾਲ ਨਹੀਂ ਸੀ ਇੰਟਰਵਿਊ ਲਿੱਤਾ ਜਾਂਦਾ, ਉਰਦੂ ਦੇ ਵਿੱਚ ਵੀ ਲੈਂਦੇ ਸੀ ਇੰਟਰਵਿਊ, ਲੇਕਿਨ ਉਹਨਾਂ ਨੇ
ਹੁਣ ਜ਼ਿਆਦਾ ਤੋਂ ਜ਼ਿਆਦਾ ਇਹ ਕੀਤਾ ਗਿਆ ਕਿ ਇੰਗਲਿਸ਼ ਦੇ ਵਿੱਚ ਇੰਟਰਵਿਊ ਲਿੱਤਾ ਜਾਏ, ਠੀਕ ਹੈ। ਇੰਟਰਵਿਊ ਜਦੋਂ ਲੈਂਦੇ ਨੇ, ਠੀਕ ਹੈ, ਉਹ ਤੁਹਾਨੂੰ ਪੁੱਛਦੇ ਨੇ ਤੁਹਾਨੂੰ ਇੰਗਲਿਸ਼ ਆਉਂਦੀ ਕਿ ਨਹੀਂ। ਅਗਰ ਜੇ ਤੁਹਾਨੂੰ ਤੁਸੀਂ ਕਹਿ ਦਿਓ ਨਾ ਯੈਸ, ਠੀਕ ਹੈ, ਕਿ ਭਾਈ ਇੰਗਲਿਸ਼ ਆਉਂਦੀ ਹੈ, ਠੀਕ ਹੈ। ਅਗਰ ਤੁਹਾਨੂੰ ਉਹ ਕਹਿ ਦੇਣ ਕਿ ਕੈਨ ਯੂ ਸਪੀਕ ਇੰਗਲਿਸ਼, ਤੁਸੀਂ ਕਹਿਣਾ ਯੈਸ, ਲੇਕਿਨ ਤੁਸੀਂ ਯੈਸ ਦੇ ਨਾਲ ਕਹਿਣਾ ਬਟ ਲੀਡਰ, ਮਤਲਬ ਕਿ ਥੋੜੀ ਜੀ ਇੰਗਲਿਸ਼ ਆਉਂਦੀ ਹੈ, ਥੋੜੀ ਬਹੁਤ ਆਉਂਦੀ ਹੈ। ਇਹ ਨਹੀਂ ਕਹਿਣਾ ਕਿ ਯੈਸ ਕਿ ਤੁਸੀਂ ਅੰਗਰੇਜ਼ ਉੱਥੇ ਜਾ ਕੇ ਬਣ ਜਾਓ, ਠੀਕ ਹੈ। ਇਹ ਕੋਈ ਪਰੇਸ਼ਾਨੀ ਨਹੀਂ। ਲੇਕਿਨ ਉਹ ਜਦੋਂ ਇੱਕ ਸ਼ੀਸ਼ਾ ਲੱਗਾ ਹੁੰਦਾ, ਠੀਕ ਹੈ, ਦਰਮਿਆਨ ਦੇ ਵਿੱਚ, ਉਹ ਪਰਲੀ ਸਾਈਡ ਤੇ ਉਹ ਬੈਠੀ ਹੁੰਦੀ ਹੈ, ਇੱਕ ਤੁਸੀਂ ਬੈਠੇ ਹੁੰਦੇ ਹੋ, ਠੀਕ ਹੈ। ਉਹ ਜਦੋਂ ਇੰਟਰਵਿਊ ਹੁੰਦਾ ਹੈ ਤੇ ਉਹ ਤੁਹਾਨੂੰ ਪੁੱਛਦੀ ਹੈ, ਤੁਸੀਂ ਪਰੇਸ਼ਾਨ ਨਹੀਂ ਹੋਣਾ ਦੋਸਤੋ। ਜੇ ਤੁਸੀਂ ਪਰੇਸ਼ਾਨ ਹੋ ਗਏ ਨਾ, ਸਮਝੋ ਕਿ ਤੁਸੀਂ ਤੁਹਾਡੇ ਜਿਹੜੇ ਖਾਬ ਨੇ ਨਾ ਯੂਰਪ ਦੇ ਵਿੱਚ ਆਉਣ ਦੇ, ਉਹ ਹੋ ਜਾਂਦੇ ਨੇ ਖਤਮ, ਠੀਕ ਹੈ। ਸੁਣ ਲਓ ਸਾਰੇ ਮੇਰਾ ਭਰਾ, ਮੇਰੇ ਦੋਸਤੋ, ਇਹ ਸੁਣਨ ਵਾਲੀ ਗੱਲ ਜੇ, ਠੀਕ ਹੈ। ਤੁਸੀਂ ਪਰੇਸ਼ਾਨ ਨਹੀਂ ਹੋਣਾ। ਉਹਨਾਂ ਜਦੋਂ ਕਹਿਣਾ ਨਾ ਕੈਨ ਯੂ ਸਪੀਕ ਇੰਗਲਿਸ਼, ਤੁਸੀਂ ਕਹਿਣਾ ਬਟ ਲੀਡਰ, ਠੀਕ ਹੈ। ਫਿਰ ਉਹ ਤੁਹਾਨੂੰ ਪੁੱਛਣਗੇ ਕਿਸ ਕੰਪਨੀ ਦੇ ਨਾਲ ਤਲਕ ਰੱਖਦੇ ਹੋ, ਫਿਰ ਉਹ ਤੁਹਾਨੂੰ ਪੁੱਛਣਗੇ ਤੁਹਾਡੀ ਸੈਲਰੀ, ਫਿਰ ਤੁਹਾਨੂੰ ਪੁੱਛਣਗੇ ਕਿ ਤੁਸੀਂ ਕਿਸ ਜੌਬ ਤੇ ਜਾ ਰਹੇ ਹੋ। ਮਤਲਬ ਇਹ ਸਾਰਾ ਕੁਝ ਪਹਿਲੇ ਪਤਾ ਹੋਣਾ ਚਾਹੀਦਾ। ਹਾਂਜੀ, ਇਹ ਯਾਦ ਕੀਤਾ ਹੋਣਾ ਚਾਹੀਦਾ। ਉਹ ਪੇਪਰ ਇੱਕ ਦਿੰਦਾ, ਠੀਕ ਹੈ। ਉਹ ਜੇ ਅਗਰ ਤੁਸੀਂ ਉਹ ਯਾਦ ਨਹੀਂ ਕੀਤਾ ਤਾਂ ਸਮਝੋ ਤੁਹਾਡਾ ਯੂਰਪ ਦੇ ਵਿੱਚ ਆਉਣ ਦਾ ਖਾਬ ਖਤਮ, ਠੀਕ ਹੈ। ਇਹ ਜ਼ਰੂਰੀ ਗੱਲ ਹੈ, ਸਿਰਫ ਪਰੇਸ਼ਾਨ ਨਹੀਂ ਹੋਣਾ, ਬਾਕੀ ਗੱਲ। ਅੱਛਾ, ਇੰਟਰਵਿਊ ਹੋ ਜਾਏਗਾ, ਫਿਰ ਉਸ ਤੋਂ ਬਾਅਦ ਇੰਟਰਵਿਊ ਜਦੋਂ ਹੋ ਜਾਏਗਾ, ਠੀਕ ਹੈ, ਉਹ ਫਿਰ 1 ਮਹੀਨੇ ਬਾਅਦ, ਠੀਕ ਹੈ, 1 ਮਹੀਨੇ ਬਾਅਦ ਤੁਹਾਨੂੰ ਮੇਲ ਆਉਂਦੀ ਹੈ। ਮੈਡੀਕਲ ਵੀ ਹੁੰਦਾ? ਮੈਡੀਕਲ ਨਹੀਂ ਜੇ ਹੁੰਦਾ, ਮੈਡੀਕਲ ਨਹੀਂ ਹੁੰਦਾ, ਠੀਕ ਹੈ। ਮੈਡੀਕਲ ਇੱਥੇ ਨਹੀਂ ਹੁੰਦਾ। ਮੈਡੀਕਲ ਜਦੋਂ ਤੁਸੀਂ ਰੋਮਾਨੀਆ ਜਾਣਾ ਨਾ, ਪਹੁੰਚ ਗਏ ਹੋ ਤੁਸੀਂ, ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਜਿਹੜਾ ਨਾ ਮੈਡੀਕਲ ਉੱਥੇ ਜਾ ਕੇ ਹੁੰਦਾ, ਵੀਜ਼ਾ ਲੱਗ ਜਾਂਦਾ ਹੈ। ਉਸ ਤੋਂ ਬਾਅਦ ਅੱਗੇ ਕੀ ਪ੍ਰੋਸੀਜਰ ਹੈ, ਕਿਸ ਤਰ੍ਹਾਂ ਫਿਰ ਫਲਾਈ ਕਰਨਾ? ਉਹ ਤਰੀਕਾਕਾਰ ਇਹ ਵੇ ਕਿ ਫਿਰ ਸਾਨੂੰ ਮੇਲ ਆਉਂਦੀ, ਅਸੀਂ ਜਾ ਕੇ ਆਪਣਾ ਪਾਸਪੋਰਟ ਲੈ ਕੇ ਆਉਂਦੇ ਹਾਂ, ਠੀਕ ਹੈ। ਆਈਡੀ ਕਾਰਡ ਲੈ ਕੇ ਜਾਂਦੇ ਹਾਂ, ਅਸਲ ਆਈਡੀ ਕਾਰਡ, ਠੀਕ ਹੈ। ਫੋਟੋਕਾਪੀ ਵੀ ਨਹੀਂ ਦੋਸਤੋ ਲੈ ਕੇ ਜਾਣੀ, ਆਈਡੀ ਕਾਰਡ ਆਪਣਾ ਲੈ ਕੇ ਜਾਣਾ। ਜਦੋਂ ਤੁਸੀਂ ਆਈਡੀ ਕਾਰਡ ਲੈ ਕੇ ਜਾਂਦੇ ਹੋ, ਤੁਹਾਡਾ ਫਿਰ ਪਾਸਪੋਰਟ ਤੁਸੀਂ ਵੇਖਦੇ ਹੋ, ਖੁਸ਼ ਹੁੰਦੇ ਹੋ ਕਿ ਅਸੀਂ ਯੂਰਪ ਜਾ ਰਹੇ ਹਾਂ। ਜਦੋਂ ਸਟicker ਲੱਗ ਜਾਂਦਾ ਨਾ, ਇਹ ਜਿਹੜੀ ਅਸਲ ਗੱਲ ਤੇ ਹੈ ਨਾ ਕਿ ਜਦੋਂ ਵੀਜ਼ਾ ਲੱਗ ਜਾਂਦਾ, ਸਟicker ਲੱਗ ਜਾਂਦਾ, ਤੇ ਉਦੋਂ ਖੁਸ਼ੀ ਉਦੋਂ ਹੁੰਦੀ ਹੈ। ਲੇਕਿਨ ਮੈਸੀ ਤੋਂ ਜਾਣ ਤੱਕ ਉਦੋਂ ਬੰਦਾ ਕਨਫਿਊਜ਼ ਹੀ ਰਹਿੰਦਾ। ਲੇਕਿਨ ਕਨਫਿਊਜ਼ ਨਾ ਹੋਇਆ ਜੇ, ਤੁਹਾਡੇ ਵਾਸਤੇ ਬੜੀ ਅੱਛੀ ਖੁਸ਼ਖਬਰੀ ਜੇ, ਠੀਕ ਹੈ। ਅੱਛਾ ਅਹਿਮਦ, ਹੁਣ ਦੱਸੋ ਕਿ ਨੈਕਸਟ ਅੱਗੋਂ ਕੀ ਪ੍ਰੋਸੀਜਰ ਹੈ, ਕਿਸ ਤਰ੍ਹਾਂ ਫਲਾਈ ਕਰਨਾ? ਫਲਾਈ ਹੈ ਕਰਨਾ ਭਾਈ, ਫਿਰ ਉਹਨਾਂ ਨੇ ਟਿਕਟ ਕਰਵਾਈ, ਠੀਕ ਹੈ। ਟੋਟਲ ਗਰੁੱਪ ਬਣਾਇਆ, ਫਿਰ ਇੰਨੇ ਬੰਦੇ ਅਸੀਂ ਜਾ ਰਹੇ ਹਾਂ ਰੋਮਾਨੀਆ, ਠੀਕ ਹੈ। 26 ਬੰਦੇ ਅਸੀਂ ਆਏ ਸੀ ਰੋਮਾਨੀਆ, ਠੀਕ ਹੈ। ਉਹ 26 ਬੰਦਿਆਂ ਦੀ ਟਿਕਟ ਕਰਾਈ, ਠੀਕ ਹੈ, ਕਰਾਚੀ ਏਅਰਪੋਰਟ ਤੋਂ, ਠੀਕ ਹੈ, ਕਰਾਚੀ ਇੰਟਰਨੈਸ਼ਨਲ ਏਅਰਪੋਰਟ ਤੋਂ। ਉਸ ਤੋਂ ਬਾਅਦ ਜਦੋਂ ਤੁਸੀਂ ਅੰਦਰ ਜਾਂਦੇ ਹੋ, ਐਂਟਰ ਹੁੰਦੇ ਹੋ, ਠੀਕ ਹੈ, ਉਹ ਤੁਹਾਨੂੰ ਪੁੱਛਦਾ ਕਿੰਦੇ ਜ਼ਰੀਏ ਜਾ ਰਹੇ ਹੋ, ਕਿੰਨੇ ਪੈਸੇ ਦਿੱਤੇ ਜੇ। ਅਗਰ ਜੇ ਤੁਸੀਂ ਦੋਸਤੋ ਉੱਥੇ ਕਹਿ ਦਿੱਤਾ ਨਾ ਕਿ ਅਸੀਂ 12-13 ਲੱਖ ਰੁਪਈਆ ਦੇ ਕੇ ਇੱਥੇ ਆਏ ਹਾਂ, ਠੀਕ ਹੈ, ਉਹ ਜਿਸ ਬੰਦੇ ਕੋਲ ਨਾ ਤੁਸੀਂ ਵੀਜ਼ਾ ਲਿਆ ਨਾ, ਉਹ ਤੁਹਾਨੂੰ ਨਹੀਂ ਉਹਨਾਂ ਕੁਝ ਕਹਿਣਾ, ਤੁਹਾਨੂੰ ਉਹਨਾਂ ਨੇ ਜਾਣ ਵੀ ਨਹੀਂ ਜੇ ਦੇਣਾ। ਉਸ ਤੋਂ ਬਾਅਦ ਤੁਹਾਨੂੰ ਉਹਨਾਂ ਕੁਝ ਨਹੀਂ ਕਹਿਣਾ, ਉਹ ਏਜੰਸੀ ਦੇ ਬੰਦੇ ਨੂੰ ਉਹਨਾਂ ਫੜਨਾ ਕਿ 13 ਲੱਖ ਦਾ ਵੀਜ਼ਾ ਹੈ ਹੀ ਨਹੀਂ, ਤੂੰ ਕਿਉਂ ਦਿੱਤਾ ਹੈ। ਦੋਸਤੋ ਵੀਜ਼ਾ ਹੈ ਸਿਰਫ 1500 ਯੂਰੋ ਦਾ, ਠੀਕ ਹੈ, 1500 ਯੂਰੋ ਲੱਗਦਾ ਜੇ। ਉਸ ਤੋਂ ਬਾਅਦ ਮੈਸੀ ਦੀ ਫੀਸ ਹੈ $150। ਉਸ ਤੋਂ ਬਾਅਦ ਰੋਮਾਨੀਆ ਦਾ ਹੋਰ ਕੋਈ ਖਰਚਾ ਨਹੀਂ ਜੇ ਹੈ, ਬਸ ਇੰਨਾ ਜੇ। ਬਕਾਇਆ ਜਿਹੜੇ ਨੇ ਤੁਸੀਂ ਜਦੋਂ ਟਿਕਟ ਮੈਂ ਕਰਾਈ, ਠੀਕ ਹੈ, ਟਿਕਟ ਕਰਵਾ ਕੇ ਮੈਂ ਫਿਰ ਗਿਆ, ਉਹਨਾਂ ਮੈਨੂੰ ਪੁੱਛਿਆ ਕਿੰਨੇ ਦਾ, ਲੇਕਿਨ ਉਹ ਜਿਹੜੇ ਜਿਨ੍ਹਾਂ ਦੇ ਥਰੂ ਮੈਂ ਵੀਜ਼ਾ ਲਿਆ ਸੀ, ਉਹਨਾਂ ਸਾਨੂੰ ਸਮਝਾਇਆ ਹੁੰਦਾ। ਉਹਨਾਂ ਦਾ ਇੱਕ ਬੰਦਾ ਏਅਰਪੋਰਟ ਤੇ ਨਾਲ ਜਾਂਦਾ। ਅਗਰ ਤੁਹਾਨੂੰ ਪੁੱਛਣ ਵੀ ਤੇ ਤੁਸੀਂ ਕਹਿਣਾ ਕਿ ਅਸੀਂ 3.5-4 ਲੱਖ ਰੁਪਇਆ ਵਿਦ ਟਿਕਟ, ਮਤਲਬ ਕਿ ਟਿਕਟ ਸਮੇਤ ਅਸੀਂ ਇੰਨੇ ਦਾ ਵੀਜ਼ਾ ਲਿਆ। ਜੇ ਅਗਰ ਤੁਸੀਂ ਕਹਿ ਦਿੱਤਾ 12-13 ਲੱਖ ਦਾ, ਸਮਝੋ ਤੁਸੀਂ ਵੀ ਨਹੀਂ ਜਾਣਾ। ਨਹੀਂ ਉਹ ਨਹੀਂ ਕਹਿਣਗੇ, ਨਹੀਂ ਕਹਿਣ ਉਹਨਾਂ ਨੂੰ ਭਾਈ, ਉਹਨਾਂ ਨੇ ਕਿਸੇ ਤਰੀਕੇ ਪਹੁੰਚਣਾ, ਉਹਨਾਂ ਨੇ ਕਿਉਂ ਕਹਿਣਾ। ਹਾਂ, ਤੇ ਭਾਈ ਸਾਨੂੰ ਵੀ ਉਹਨਾਂ ਨੇ ਕਿਹਾ ਸੀ, ਲੇਕਿਨ ਅਸੀਂ ਡਰ ਦੀ ਵਜ੍ਹਾ ਤੋਂ ਅਸੀਂ ਕਹਿ ਦਿੱਤਾ ਸੀ ਕਿ ਅਸੀਂ ਯੂਰਪ ਜਾ ਰਹੇ ਹਾਂ, ਕਿਸੇ ਤਰੀਕੇ ਟੁਰ ਜਾਈਏ। ਮੇਨ ਕੈਪੀਟਲ ਹੈ ਬੁਕਾਰੈਸਟ ਰੋਮਾਨੀਆ ਦਾ, ਠੀਕ ਹੈ। ਉੱਥੇ ਅਸੀਂ ਲੈਂਡ ਹੋਏ, ਉਹਨਾਂ ਨੇ ਸਾਨੂੰ ਉੱਥੇ ਖਿਲਾਰੇ ਰੱਖਿਆ, ਤਕਰੀਬਨ 10 ਮਿੰਟ ਖਿਲਾਰ ਕੇ ਰੱਖਿਆ, ਠੀਕ ਹੈ। ਅਗਰ ਤੁਹਾਡਾ ਕੰਪਨੀ ਓਨਰ ਨਹੀਂ ਨਾ ਆਉਂਦਾ, ਕੰਪਨੀ ਦਾ ਮਾਲਕ ਨਹੀਂ ਤੁਹਾਨੂੰ ਲੈਣ ਆ ਸਕਦਾ, ਤੇ ਤੁਸੀਂ ਰੋਮਾਨੀਆ ਦੇ ਵਿੱਚ ਏਅਰਪੋਰਟ ਤੇ ਹੀ ਰਹੋਗੇ, ਠੀਕ ਹੈ। ਤੁਸੀਂ ਰੋਮਾਨੀਆ ਨਹੀਂ ਵੇਖ ਸਕਦੇ, ਨਾ ਤੁਸੀਂ ਭਾਈ ਨਾ ਤੁਸੀਂ ਏਅਰਪੋਰਟ ਤੋਂ ਬਾਹਰ ਜਾ ਸਕਦੇ ਹੋ, ਠੀਕ ਹੈ। ਅਗਰ ਤੁਹਾਡਾ ਕੰਪਨੀ ਦਾ ਮਾਲਕ ਆ ਗਿਆ ਉੱਥੇ ਏਅਰਪੋਰਟ ਤੇ ਤੁਹਾਨੂੰ ਲੈਣ, ਤੇ ਤੁਸੀਂ ਫਿਰ ਬਾਹਰ ਜਾ ਸਕਦੇ ਹੋ। ਇਹ ਤਰੀਕਾ ਘਰ, ਠੀਕ ਹੈ। ਫਿਰ ਉਹਨਾਂ ਨੇ ਸਾਨੂੰ, ਸਾਡਾ ਮਾਲਕ ਆਇਆ, ਸਾਡਾ ਹਾਂਜੀ ਰਿਸੀਵ ਕੀਤਾ, ਮਾਲਕ ਨੇ ਆ ਕੇ ਸਾਨੂੰ ਰਿਸੀਵ ਕੀਤਾ। ਫਿਰ ਅੱਛਾ ਇੱਕ ਚੀਜ਼ ਹੋਰ ਇੱਥੇ ਤੁਹਾਡੀ ਗੱਲ ਕੱਟਣਾ ਪਿਆ ਕਿ ਏਅਰਪੋਰਟ ਤੇ ਇਮੀਗ੍ਰੇਸ਼ਨ ਵਾਲੇ ਕੋਈ ਸਵਾਲ ਨਹੀਂ ਪੁੱਛਦੇ ਰੋਮਾਨੀਆ ਏਅਰਪੋਰਟ ਦੇ ਉੱਤੇ?
भाई रोमानिया ਦੇ ਇਮੀਗ੍ਰੇਸ਼ਨ ਸਾਡੇ ਤੋਂ ਕੋਈ ਸਵਾਲ ਨਹੀਂ ਸੀ ਪੁੱਛਿਆ, ਕੋਈ ਕੁਛ ਨਹੀਂ ਕੀਤਾ, ਠੀਕ ਹੈ। ਉਹਨਾਂ ਨੇ ਸਿਰਫ ਸਾਡੇ ਉਹ ਜਿਹੜੇ ਪੇਪਰ ਡਾਕੂਮੈਂਟ ਹੁੰਦੇ ਨੇ, ਠੀਕ ਹੈ, ਵਰਕ ਪਰਮਿਟ ਹੁੰਦਾ ਹੈ, ਉਸ ਤੋਂ ਬਾਅਦ ਕੰਪਨੀ ਦਾ ਸਾਰਾ ਸਿਸਟਮ ਜਿੰਨੇ ਵੀ ਪੇਪਰ ਤਿਆਰ ਕੀਤੇ ਹੁੰਦੇ ਨੇ, ਉਸ ਤੋਂ ਬਾਅਦ ਪੁਲਿਸ ਸਰਟੀਫਿਕੇਟ ਨਾਲ ਲੱਗਾ ਹੁੰਦਾ ਸਾਡਾ, ਠੀਕ ਹੈ, ਉਹ ਚੈੱਕ ਕਰਦੇ ਨੇ, ਤੁਹਾਡਾ ਪਾਸਪੋਰਟ ਚੈੱਕ ਕਰਦੇ ਨੇ, ਠੀਕ ਹੈ। ਉਹ ਜੋ ਪਾਸਪੋਰਟ ਚੈੱਕ ਕਰਦੇ ਨੇ ਨਾ, ਤੇ ਤੁਹਾਡਾ ਜਿਹੜਾ ਸਟicker ਸਾਰਿਆਂ ਤੋਂ ਪਹਿਲਾਂ ਚੈੱਕ ਕਰਦੇ ਨੇ, ਠੀਕ ਹੈ, ਇਹ ਠੀਕ ਹੈ ਕਿ ਨਹੀਂ ਠੀਕ। ਇੱਕ ਦੋਸਤੋ ਮੈਂ ਇੱਕ ਹੋਰ ਗੱਲ ਭੁੱਲ ਗਿਆ, ਉਹ ਵੀ ਤੁਹਾਨੂੰ ਮੈਂ ਦੱਸਣੀ ਸੀ। ਜਦੋਂ ਅਸੀਂ ਦੁਬਈ 에ਅਰਪੋਰਟ ਤੇ ਐਂਟਰ ਹੋਏ ਨਾ, ਸਾਡਾ ਸਟੇ ਸੀ ਦੁਬਈ ਤੇ, ਠੀਕ ਹੈ। ਜਦੋਂ ਅਸੀਂ ਐਂਟਰ ਹੋਏ ਤੇ ਉਹਨਾਂ ਨੇ ਸਾਡਾ ਪਾਸਪੋਰਟ ਚੈੱਕ ਕੀਤਾ, ਠੀਕ ਹੈ। ਕਈ ਲੋਕਾਂ ਦੇ ਦੋਸਤਾਂ ਦੇ 2 ਨੰਬਰ ਸਟicker ਨਿਕਲੇ ਨੇ, 2 ਨੰਬਰ। ਅੱਛਾ, ਹਾਂਜੀ, ਲੇਕਿਨ ਉਹ ਸਾਡੇ ਨਾਲ ਨਹੀਂ ਸੀ। ਅਸੀਂ 26 ਜਿਹੜੇ ਬੰਦੇ ਸੀ ਉਹਨਾਂ ਦੇ ਸਟicker ਠੀਕ ਸਨ, ਲੇਕਿਨ ਕਈਆਂ ਦੇ ਨਾਲ ਧੋਖਾ ਏਜੰਟ ਕਰਦੇ ਪਏ ਨੇ, ਠੀਕ ਹੈ। ਉਹ ਵੀਜ਼ਾ 2 ਨੰਬਰ ਲਾ ਦਿੰਦੇ ਨੇ, ਨਾ ਉਹਨਾਂ ਨੂੰ ਕਹਿੰਦੇ ਨੇ ਕਿ ਮੈਸੀ 'ਚ ਵੀ ਨਹੀਂ ਜਾਣਾ। ਲੇਕਿਨ ਉਹਨਾਂ ਨੇ ਜਦੋਂ ਸਾਨੂੰ ਪੁੱਛਿਆ ਨਾ ਕਿ ਯਾਰ ਤੁਹਾਡੇ ਕਿਸ ਤਰ੍ਹਾਂ ਸਹੀ ਨੇ ਤੁਹਾਡੇ ਵੀਜ਼ੇ, ਲੇਕਿਨ ਅਸੀਂ ਵੀ ਏਜੰਟ ਕੋਲ ਆਏ ਨੇ। ਲੇਕਿਨ ਮੈਂ ਕਿਹਾ ਅਸੀਂ ਮੈਸੀ 'ਚ ਗਏ ਹਾਂ, ਕਹਿੰਦਾ ਯਾਰ ਅਸੀਂ ਤਾਂ ਮੈਸੀ ਗਏ ਹੀ ਨਹੀਂ। टू द पॉइंट अगर चीज़ है दोस्तों, यह चीज़ याद रखियो कि जरा भाई भी अपना वीज़ा लवांदा है और अंबैसी लाजमी जाए तो अंबैसी तो भी लाजमी क्लीयर कराए अपनी सारी चीज़ा, क्योंकि अक्सर लोग मैनू भी मैसेज करते हैं कि भाई तुसीं साडा वीज़ा चेक करके दस सकते हो। भाई असी कोई कंसलटेंट नहीं है, सिर्फ अपना एक्सपीरियंस शेयर करने हैं। तुसीं इहदे से बेहतर है कि तुसीं अंबैसी जाके, अच्छा अंबैसी विच अपना वीज़ा चेक करवाया सी, ਮੈਸੀ ਦੇ ਵਿੱਚੋਂ ਭਾਜੀ ਸਟicker ਤੁਹਾਡਾ ਲੱਗਦਾ, ਠੀਕ ਹੈ। ਸਟicker ਲੱਗ ਕੇ ਤੇ ਤੁਸੀਂ ਮੈਸੀ ਦੇ ਵਿੱਚ ਜਦੋਂ ਤੱਕ ਤੁਸੀਂ ਨਹੀਂ ਗਏ, ਠੀਕ ਹੈ, ਜੇ ਤੁਹਾਡਾ ਪਾਸਪੋਰਟ ਕਿਸੇ ਏਜੰਸੀ ਦੇ ਕੋਲ ਹੈ, ਠੀਕ ਹੈ, ਉਹਨਾਂ ਨੇ ਤੁਹਾਨੂੰ ਦੇ ਦਿੱਤਾ ਕਿ ਤੁਸੀਂ ਲੈਂਡ ਕਰ ਸਕਦੇ ਹੋ, ਠੀਕ ਹੈ। ਉਹ ਤੁਸੀਂ ਗਏ ਹੋ, ਤੁਸੀਂ ਫੜੇ ਗਏ ਹੋ, ਠੀਕ ਹੈ। ਦੁਬਈ 에ਅਰਪੋਰਟ ਤੇ ਸਖਤ ਚੈਕਿੰਗ ਹੈ, ਸਿਰਫ ਉਹ ਸਕੈਨਿੰਗ ਕਰਦੇ ਨੇ ਤੁਹਾਡਾ ਪਾਸਪੋਰਟ ਦਾ ਸਟicker। ਅਗਰ 2 ਨੰਬਰ ਹੈ ਤੁਸੀਂ ਸਖਤ ਤੋਂ ਸਖਤ ਸਜ਼ਾ ਵੀ ਦਿੰਦੇ ਨੇ ਦੁਬਈ 에ਅਰਪੋਰਟ ਤੇ, ਠੀਕ ਹੈ। ਕਮ ਤੋਂ ਕਮ ਵੀ 15 ਤੋਂ ਇੱਕ ਹਫ਼ਤੇ ਤੋਂ 15 ਦਿਨ ਉੱਥੇ ਸਟੇ ਵੀ ਤੁਹਾਨੂੰ ਦਿੰਦੇ ਨੇ ਕਿ ਉਹ ਫਿਰ ਏਜੰਸੀ ਦਾ ਤਹਿਕੀਕਾਤ ਕਰਦੇ ਨੇ ਜਾ ਕੇ ਪਾਕਿਸਤਾਨ, ਉਹ ਏਜੰਸੀ ਨੂੰ ख़त्म ਕਰ ਦਿੰਦੇ ਨੇ। ਉਸ ਤੋਂ ਬਾਅਦ ਇਹ ਫਿਰ ਉਹ ਲੜਕੇ ਨੇ ਪੁੱਛਿਆ, ਮੈਂ ਕਿਹਾ ਭਰਾਵਾ ਮੈਸੀ ਤੋਂ ਬਗੈਰ ਵੀਜ਼ਾ ਨਹੀਂ ਰੀਜਨਲ ਲੱਭਦਾ, ਠੀਕ ਹੈ। ਮੈਸੀ ਤੁਸੀਂ ਜਾਣਾ ਹੈ ਤੇ ਤੁਸੀਂ ਯੂਰਪ ਦੇ ਵਿੱਚ ਆਉਣਾ ਹੈ। ਅਗਰ ਤੁਸੀਂ ਮੈਸੀ ਨਹੀਂ ਗਏ तो तुसी यूरोप नहीं आ सकते। वैल जनाब तुसी सारे ने देख लिया, तो मैं थोड़ा जा उर्दू च भी दसना चाहूँगा कि वो भाई जो भी ये वीडियो देख रहे थे, तो उन लोगों के लिए ये एक पैगाम था कि पाकिस्तान से कितने पैसे लगते हैं और क्या तरीक़ाकार है, कैसे भाई ने वीज़ा लगवाया, क्या क्या चीज़ें चाहिए और कहाँ कहाँ पे स्टे हुआ और रोमानिया का वीज़ा कैसे मिला, कैसे रोमानिया में पहुँचे। इस वीडियो का इख्तिताम हम यहाँ पे करेंगे और हम इसके बाद अगली वीडियो में आप लोगों के साथ ये चीज़ शेयर करेंगे, आप लोगों को ये बताएंगे कि अब रोमानिया के अंदर इस भाई ने कौन सा काम किया, कौन सी जॉब थी इनके पास। वेल मिलते हैं हम आपको अगली वीडियो में, हमें दें इजाज़त, दुआ में याद रखिएगा, अल्लाह हाफिज़।